ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਸਭ ਤੋਂ ਪਹਿਲਾਂ ਤਾਂ ਧੰਨਵਾਦ ਤੁਹਾਡਾ ਸਾਰਿਆਂ ਦਾ ਜਿਨ੍ਹਾਂ ਨੇ ਆਪਣੀਆਂ ਵੀਡੀਓ ਨੂੰ ਇੰਨਾ ਪਿਆਰ ਦਿੱਤਾ। ਅਤੇ ਇਸੇ ਤਰ੍ਹਾਂ ਹੀ ਆਪਾਂ ਅੱਜ ਜਿਹੜੀ ਵੀਡੀਓ ਕਰਨ ਜਾ ਰਹੇ ਹਾਂ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ, ਮਤਲਬ ਕਿ ਜਿੰਦੇ ਅਤੇ ਸੁੱਖੇ ਦੇ ਕਰਨ ਜਾ ਰਹੇ ਹਾਂ। ਅਤੇ ਭਾਈ ਹਰਜਿੰਦਰ ਸਿੰਘ ਜਿਹੜੇ ਜਿੰਦਾ ਸੀ ਅਤੇ ਭਾਈ ਸੁਖਦੇਵ ਸਿੰਘ ਜੀ ਸੀਗੇ, ਉਹ 20ਵੀਂ ਸਦੀ ਦੇ ਸਿੱਖ ਇਤਿਹਾਸ ਦੇ ਦੋ ਸ਼ਹੀਦ ਹਨ। ਅਤੇ ਇਹਨਾਂ ਨੇ ਭਾਰਤੀ ਇਤਿਹਾਸ ਦੀ ਜਿਹੜੀ ਉਹ ਜੁੱਡ ਨੂੰ ਬਦਲ ਕੇ ਰੱਖ ਦਿੱਤਾ। ਭਾਈ ਹਰਜਿੰਦਰ ਸਿੰਘ ਜਿੰਦਾ ਦੇ ਪਿਤਾ ਜੀ ਦਾ ਨਾਮ ਗੁਲਜ਼ਾਰ ਸਿੰਘ ਸੀਗਾ ਅਤੇ ਮਾਤਾ ਜੀ ਦਾ ਨਾਮ ਬੀਬੀ ਗੁਰਨਾਮ ਕੌਰ ਸੀਗਾ। ਅਤੇ ਭਾਈ ਜਿਹਦੇ ਜਿਹੜੇ ਪਰਿਵਾਰ ਸੀਗੇ ਉਹ ਬਹੁਤ ਹੀ ਮਿਹਨਤੀ ਅਤੇ ਇਮਾਨਦਾਰ ਅਤੇ ਗੁਰਸਿੱਖ ਪਰਿਵਾਰ ਸੀਗਾ। ਅਤੇ ਭਾਈ ਜਿੰਦਾ ਦੇ ਦੋ ਵੱਡੇ ਭਰਾ ਸੀਗੇ ਜਿਨ੍ਹਾਂ ਦਾ ਨਾਮ ਭਾਈ ਨਿਰਭੈਲ ਸਿੰਘ ਅਤੇ ਭਾਈ ਭੁਪਿੰਦਰ ਸਿੰਘ ਸੀਗਾ, ਅਤੇ ਉਹਨਾਂ ਦੀ ਇੱਕ ਭੈਣ ਸੀਗੀ ਜਿਸ ਦਾ ਨਾਮ ਬਲਵਿੰਦਰ ਕੌਰ ਸੀਗਾ। ਅਤੇ ਭਾਈ ਜਿੰਦਾ ਜੀ ਦਾ ਜਨਮ ਹੋਇਆ ਸੀਗਾ 1961 ਨੂੰ ਗਡਾਲੀ ਪਿੰਡ ਅੰਮ੍ਰਿਤਸਰ ਵਿਖੇ ਹੋਇਆ ਸੀਗਾ। ਅਤੇ ਉਹਨਾਂ ਨੇ ਆਪਣੀ ਮੁੱਢਲੀ ਜਿਹੜੀ ਵਿੱਦਿਆ ਸੀ ਉਹ ਪਿੰਡ ਗਡਾਲੀ ਵਿੱਚ ਹੀ ਪ੍ਰਾਪਤ ਕੀਤੀ ਸੀਗੀ। ਅਤੇ ਬਾਅਦ ਵਿੱਚ ਫਿਰ ਉਹਨਾਂ ਨੇ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਦਾਖਲਾ ਲੈ ਲਿਆ ਸੀਗਾ। ਅਤੇ ਜਦੋਂ 1984 ਦੇ ਵਿੱਚ ਅੰਮ੍ਰਿਤਸਰ ਹਰਿਮੰਦਰ ਸਾਹਿਬ ਉੱਪਰ ਜਦੋਂ ਹਮਲਾ ਹੋਇਆ ਅਤੇ ਭਾਈ ਜਿੰਦੇ ਨੂੰ ਵੀ ਇਹ ਗੱਲ ਪਤਾ ਲੱਗੀ, ਤਾਂ ਉਦੋਂ ਭਾਈ ਜਿੰਦਾ ਜੀ BA ਸੈਕਿੰਡ ਈਅਰ ਦੇ ਵਿੱਚ ਸੀਗੇ। ਤਾਂ ਫਿਰ ਜਿੱਦਾਂ ਕਿ ਹਰੇਕ ਸਿੱਖ ਦੇ ਵਾਂਗ ਉਹਨਾਂ ਦਾ ਵੀ ਖੂਨ ਉਬਾਲਾ ਮਾਰ ਗਿਆ ਅਤੇ ਉਹਨਾਂ ਨੇ ਆਪਣੀ ਪੜ੍ਹਾਈ ਸੀਗੀ ਜਿਹੜੀ ਉਹ ਵਿਚਕਾਰ ਹੀ ਛੱਡ ਦਿੱਤੀ। ਅਤੇ ਉਸ ਤੋਂ ਬਾਅਦ ਉਹ ਸਿੱਖ ਲਹਿਰ ਵਿੱਚ ਸ਼ਾਮਲ ਹੋ ਗਏ। ਅਤੇ ਜਦੋਂ ਫਿਰ ਦਰਬਾਰ ਸਾਹਿਬ ਕੰਪਲੈਕਸ ਫੌਜ ਦੇ ਜਿਹੜਾ ਕਬਜ਼ੇ ਦੇ ਵਿੱਚ ਸੀਗਾ, ਤਾਂ ਉਸ ਨੂੰ ਮੁਕਤ ਕਰਾਉਣ ਦੇ ਲਈ ਭਾਈ ਜਿੰਦਾ ਨੇ ਆਪਣੇ ਪਿੰਡ ਅਤੇ ਹੋਰ ਸਿੱਖਾਂ ਦੇ ਨਾਲ ਮਿਲ ਕੇ ਇੱਕ ਮਾਰਚ ਕੱਢਿਆ। ਪਰ ਰਸਤੇ ਦੇ ਵਿੱਚ ਫੌਜ ਦੇ ਹਮਲਾ ਅਤੇ ਦੁਰਵਿਹਾਰ ਦੇ ਕਾਰਨ ਮਜਬੂਰਨ ਘਰ ਵਾਪਸ ਆਉਣਾ ਪਿਆ। ਅਤੇ ਇਸ ਤੋਂ ਬਾਅਦ ਉਹ ਆਪਣੇ ਨਾਨਾ ਨਾਨੀ ਦੇ ਕੋਲ ਗੰਗਾਨਗਰ ਰਾਜਸਥਾਨ 22 ਚੱਕ ਵਿਖੇ ਚਲੇ ਗਏ। ਅਤੇ ਫਿਰ ਉਹਨਾਂ ਦੇ ਚਚੇਰੇ ਭਰਾ ਬਲਜਿੰਦਰ ਸਿੰਘ ਰਾਜੂ ਅਤੇ ਉਹਨਾਂ ਦਾ ਉੱਥੇ ਇੱਕ ਦੋਸਤ ਸੀਗਾ ਸੁਖਦੇਵ ਸਿੰਘ ਸੁੱਖਾ ਦੇ ਨਾਲ ਮਿਲ ਕੇ ਗੁਰਦੁਆਰਿਆਂ ਦੀ ਬੇਅਦਬੀ ਦਾ ਬਦਲਾ ਲੈਣ ਦਾ ਫੈਸਲਾ ਕੀਤਾ। ਅਤੇ ਹੁਣ ਆਪਾਂ ਦੱਸਦੇ ਹਾਂ ਤੁਹਾਨੂੰ ਭਾਈ ਸੁਖਦੇਵ ਸਿੰਘ ਸੁੱਖਾ ਜੀ ਦਾ ਜਨਮ ਅਤੇ ਮਾਤਾ ਪਿਤਾ ਬਾਰੇ ਉਹਨਾਂ ਦੇ। ਭਾਈ ਸੁਖਦੇਵ ਸਿੰਘ ਸੁੱਖਾ ਦਾ ਜਨਮ ਰਾਜਸਥਾਨ ਵਿੱਚ ਹੋਇਆ ਸੀ, ਰਾਜਸਥਾਨ ਗੰਗਾਨਗਰ ਵਿੱਚ ਹੋਇਆ ਸੀਗਾ। ਅਤੇ ਉਹਨਾਂ ਦੇ ਜਿਹੜੇ ਪਿਤਾ ਜੀ ਸੀਗੇ ਉਹਨਾਂ ਦਾ ਨਾਮ ਸੀਗਾ ਮੇਘਾ ਸਿੰਘ ਅਤੇ ਮਾਤਾ ਜੀ ਦਾ ਨਾਮ ਬੀਬੀ ਸਰਜੀਤ ਕੌਰ ਸੀਗਾ। ਅਤੇ ਉਹ ਇੱਕ ਅੰਮ੍ਰਿਤਧਾਰੀ ਕਿਸਾਨ ਸੀਗੇ। ਭਾਈ ਸੁੱਖੇ ਨੂੰ ਵਿਰਾਸਤ ਵਿੱਚ ਹੀ ਸੁੱਖੀ ਦੀ ਦਾਤ ਪ੍ਰਾਪਤ ਹੋਈ ਸੀਗੀ। ਅਤੇ ਉਹਨਾਂ ਨੇ ਆਪਣੀ ਮੁੱਢਲੀ ਜਿਹੜੀ ਪੜ੍ਹਾਈ ਸੀਗੀ ਉਹ ਮਾਣਕਪੁਰਾ ਤੋਂ ਪ੍ਰਾਪਤ ਕੀਤੀ ਸੀਗੀ। ਅਤੇ ਗਿਆਨ ਜੋਤੀ ਕਾਲਜ ਤੋਂ BA ਦੀ ਡਿਗਰੀ ਪ੍ਰਾਪਤ ਜਿਹੜੀ ਉਹ ਕੀਤੀ ਸੀਗੀ। ਅਤੇ ਉਸ ਤੋਂ ਬਾਅਦ ਉਹਨਾਂ ਨੇ ਅੰਗਰੇਜ਼ੀ ਮੀਡੀਅਮ ਵਿੱਚ MA ਕਰ ਰਹੇ ਸਨ। ਅਤੇ ਫਿਰ ਜਦੋਂ 1984 ਦੀ ਘਟਨਾ ਵਾਪਰੀ ਤਾਂ ਉਹਨਾਂ ਨੇ ਆਪਣੇ ਘਰ ਛੱਡ ਦਿੱਤਾ ਅਤੇ ਬਦਲਾ ਲੈਣ ਲਈ ਆਪਣੇ ਦੋਸਤ ਭਾਈ ਰਾਜੂ ਨਾਲ ਮਿਲ ਕੇ ਅਤੇ ਫਿਰ ਉਹ ਭਾਈ ਜਿੰਦਾ ਦੇ ਜਿਹੜਾ ਉਹ ਨਾਲ ਮਿਲ ਗਏ। ਅਤੇ ਉਸ ਤੋਂ ਬਾਅਦ ਉਹਨਾਂ ਨੇ ਕੀ ਕੀਤਾ ਫਿਰ ਜਿਹੜੇ ਸਿੱਖੀ ਵਿੱਚ ਇੰਨਾ ਜ਼ਿਆਦਾ ਵਿਸ਼ਵਾਸ ਸੀਗਾ ਕਿ ਭਾਈ ਸੁੱਖਾ ਦੀ ਮਾਤਾ ਪੰਥ ਪ੍ਰਤੀ ਇੰਨਾ ਪਿਆਰ ਨਾਲ ਭਰੀ ਹੋਈ ਸੀ ਕਿ ਉਸਨੇ ਅਰਦਾਸ ਕੀਤੀ ਅਤੇ ਭਾਈ ਸੁੱਖਾ ਅਤੇ ਭਾਈ ਜਿੰਦਾ ਨੂੰ ਆਪਣੇ ਕੰਮ ਵਿੱਚ ਪ੍ਰਾਪਤੀ ਮਿਲੇ ਅਤੇ ਉਸ ਨੂੰ ਆਪਣੇ ਪੁੱਤਰਾਂ ਨੂੰ ਗੁਰੂ ਦੇ ਹਵਾਲੇ ਕਰ ਦਿੱਤਾ। ਅਤੇ ਭਾਈ ਜਿੰਦਾ ਅਤੇ ਭਾਈ ਸੁੱਖਾ ਨੇ ਦਿੱਲੀ ਨੂੰ ਆਪਣੀਆਂ ਗਤੀਵਿਧੀਆਂ ਦਾ ਕੇਂਦਰ ਬਣਾਇਆ। ਫਿਰ ਦਿੱਲੀ ਦੇ ਵਿੱਚ ਜਾ ਕੇ ਉਹਨਾਂ ਨੇ 1984 ਦੇ ਪ੍ਰੋਗਰਾਮ ਜਿਹੜੇ ਹੋਏ ਸਨ, ਉਹ ਸਰਕਾਰ ਨੇ ਇਹਨਾਂ ਸਿੰਘਾਂ ਦੀਆਂ ਤਸਵੀਰਾਂ ਜਿਹੜੀਆਂ ਉਹ ਪ੍ਰਸ਼ਾਸਿਤ ਕਰਨੀਆਂ ਸ਼ੁਰੂ ਕਰ ਦਿੱਤੀਆਂ ਸੀਗੀਆਂ। ਅਤੇ ਜੋ ਨਵੰਬਰ ਦੇ ਕਤਲੇਆਮ ਵਿੱਚ ਜਿਨ੍ਹਾਂ ਨੇ ਹਿੱਸਾ ਲਿਆ ਸੀਗਾ ਉਹਨਾਂ ਨੂੰ ਆਪਣੇ ਘਰ ਛੱਡਣ ਤੋਂ ਮਜਬੂਰ ਕਰਤਾ ਸੀਗਾ। ਅਤੇ ਜਿਨ੍ਹਾਂ ਵੀ ਵੀਰਾਂ ਦੇ ਉਹਨਾਂ ਕਤਲੇਆਮ ਤੋਂ ਮਨ ਦੇ ਵਿੱਚ ਜਿਹੜਾ ਡਰ ਫੈਲ ਗਿਆ ਸੀਗਾ, ਤਾਂ ਉਹ ਜਿੰਦੇ ਅਤੇ ਸੁੱਖੇ ਦੇ ਕਾਰਨ ਵੀ ਉਹ
ਉਸ ਡਰ ਨੂੰ ਭੁੱਲਦੇ ਜਾ ਰਹੇ ਸੀਗੇ। ਭਾਈ ਜਿੰਦਾ ਸ਼ਾਇਦ ਭਾਰਤ ਸਰਕਾਰ ਦੇ ਅਧਿਕਾਰੀਆਂ ਦੇ ਮਨ ਵਿੱਚ ਉਵੇਂ ਹੀ ਦਹਿਸ਼ਤ ਪਾਉਣਾ ਚਾਹੁੰਦਾ ਸੀਗਾ ਜਿੱਦਾਂ ਕਿ ਭਾਈ ਹਰੀ ਸਿੰਘ ਨਲੂਆ ਨੇ ਪਠਾਨਾਂ ਦੇ ਮਨ ਵਿੱਚ ਵਸਾਈ ਸੀਗੀ। ਭਾਈ ਜਿੰਦਾ ਬਹੁਤ ਹੀ ਬਹਾਦਰ ਅਤੇ ਸੂਝਵਾਨ ਸੀਗੇ। ਕਿਸੇ ਅਜਿਹੇ ਵਿਅਕਤੀ ਨੂੰ ਲੱਭਣਾ ਬਹੁਤ ਔਖਾ ਹੁੰਦਾ ਹੈ ਜੋ ਸੂਝਵਾਨ ਵੀ ਹੋਵੇ ਅਤੇ ਬਹਾਦਰ ਵੀ ਹੋਵੇ। ਭਾਈ ਜਿੰਦਾ ਬਹੁਤ ਬਹਾਦਰ ਸੀਗੇ ਅਤੇ ਬਹੁਤ ਹੀ ਜਿਹੜੇ ਉਹ ਸੂਝਵਾਨ ਵੀ ਸੀਗੇ। ਉਸ ਤੋਂ ਬਾਅਦ ਫਿਰ ਭਾਈ ਜਿਹੜੇ ਸੁਖਦੇਵ ਸਿੰਘ ਸੁੱਖਾ ਅਤੇ ਹਰਜਿੰਦਰ ਸਿੰਘ ਜਿੰਦਾ ਸੀਗੇ, ਉਹਨਾਂ ਨੇ ਹਮੇਸ਼ਾ ਸੱਚਾਈ ਦਾ ਸਾਥ ਦਿੱਤਾ ਅਤੇ ਆਪਣਾ ਸੱਚਾਈ ਦਾ ਹੀ ਪੱਖ ਰੱਖਿਆ। ਅਤੇ ਭਾਈ ਸੁੱਖਾ ਅਤੇ ਭਾਈ ਜਿੰਦਾ ਨੇ ਇੱਕ ਫੈਸਲਾ ਲਿਆ ਕਿ ਉਹ ਸਿੱਖ ਕੌਮ ਦੇ ਦੁਸ਼ਮਣਾਂ ਦੇ ਵਿਰੁੱਧ ਕੰਮ ਕਰਨਗੇ ਅਤੇ ਉਹਨਾਂ ਨੇ ਸਿੱਖ ਇਤਿਹਾਸਕ ਪਰੰਪਰਾ ਨੂੰ ਸਵੀਕਾਰ ਕੀਤਾ ਅਤੇ ਇਹ ਸਾਬਤ ਕਰ ਦਿੱਤਾ ਕਿ ਇਸ ਸਮੇਂ ਦੀ ਭਾਵਨਾ ਜਿੰਦਾ ਹੈ ਅਤੇ ਉਹ ਬਹੁਤ ਚੰਗੀ ਹੈ। 18ਵੀਂ ਸਦੀ ਵਿੱਚ ਭਾਈ ਮਹਿਤਾਬ ਸਿੰਘ ਨੇ ਅਤੇ ਭਾਈ ਸੁੱਖਾ ਸਿੰਘ ਨੇ ਮੱਸਾ ਰੰਗੜ ਦਾ ਜਿਹੜਾ ਸਿਰ ਵੱਢਿਆ ਸੀਗਾ, ਜਿਸ ਨੇ ਦਰਬਾਰ ਸਾਹਿਬ ਦੀ ਪਵਿੱਤਰਤਾ ਨੂੰ ਅਣਦੇਖੀ ਕੀਤਾ ਸੀਗਾ ਅਤੇ ਇਸ ਪਵਿੱਤਰ ਜਿਹੜੀ ਜਗ੍ਹਾ 'ਤੇ ਆਪਣੇ ਨਿੱਜੀ ਮਨੋਰੰਜਨ ਲਈ ਇਸਤੇਮਾਲ ਕੀਤਾ ਸੀਗਾ। ਅਤੇ ਇਹਨਾਂ ਦੋਵਾਂ ਬੰਦਿਆਂ ਦੀਆਂ ਕਹਾਣੀਆਂ ਉਹਨਾਂ ਲੋਕਾਂ ਲਈ ਇੱਕ ਸੰਕੇਤ ਹਨ ਜੋ ਸਿੱਖ ਧਾਰਮਿਕ ਸਥਾਨਾਂ ਦੀ ਬੇਅਦਬੀ ਕਰਦੇ ਨੇ। ਅਤੇ 20ਵੀਂ ਸਦੀ ਵਿੱਚ ਭਾਰਤੀ ਰਾਜ ਵਿੱਚ ਧਰਤੀ ਹੇਠਲੇ ਜਿਹੜੇ ਅਣਮੁਖੀ ਬਰਮੀ ਤਾਕਤਾਂ ਨੇ ਪੂਰੇ ਭਾਰਤ ਵਿੱਚ ਦਰਬਾਰ ਸਾਹਿਬ ਅਤੇ ਹੋਰ ਸਿੱਖ ਗੁਰਦੁਆਰਿਆਂ ਦੇ ਉੱਪਰ ਜਿਹੜਾ ਉਹ ਹਮਲਾ ਕੀਤਾ ਸੀਗਾ। ਅਤੇ ਭਾਈ ਜਿਹੜੇ ਜਿੰਦਾ ਜੀ ਅਤੇ ਭਾਈ ਸੁੱਖਾ ਨੇ 1984 ਦੇ ਵਿੱਚ ਇੱਕ ਜਰਨਲ ਵੈਦਿਆ ਨੂੰ, ਜੋ ਕਿ ਭਾਰਤੀ ਫੌਜਾਂ ਦਾ ਕਮਾਂਡਰ ਸੀਗਾ, ਅਤੇ ਉਸ ਨੂੰ ਦਰਬਾਰ ਸਾਹਿਬ ਅਤੇ ਹੋਰ ਸਿੱਖ ਗੁਰਦੁਆਰਿਆਂ ਵਿੱਚ ਹਮਲੇ ਦੇ ਵਿੱਚ ਉਹ ਜਿਹੜਾ ਸ਼ਾਮਲ ਸੀਗਾ। ਅਤੇ ਫਿਰ ਇਹਨਾਂ ਨੇ ਕੀ ਕੀਤਾ, ਜਿਹੜੇ ਭਾਈ ਜਿੰਦਾ ਜੀ ਸੀਗੇ, ਉਹਨਾਂ ਨੇ ਭਾਈ ਜਿੰਦਾ ਅਤੇ ਭਾਈ ਸੁੱਖਾ ਨੇ 31 ਜੁਲਾਈ 1985 ਨੂੰ ਕਾਂਗਰਸ ਦੇ ਸੰਸਦ ਮੈਂਬਰ ਲਲਿਤ ਮਾਕਣ ਨੂੰ ਗੋਲੀ ਮਾਰ ਦਿੱਤੀ। ਅਤੇ ਜਦੋਂ ਉਹ ਨਵੀਂ ਦਿੱਲੀ ਦੇ ਕੀਰਤ ਨਗਰ ਤੋਂ ਆਪਣੀ ਕਾਰ ਜਿਹੜੀ ਸੜਕ ਦੇ ਪਾਰ ਖੜੀ ਸੀ ਉਹਦੇ ਵੱਲ ਜਾ ਰਹੇ ਸੀਗੇ, ਤਾਂ ਉਸ ਦੇ ਉੱਪਰ ਉਹਨਾਂ ਨੇ ਮਾਕਣ ਉੱਪਰ ਗੋਲੀ ਚਲਾ ਦਿੱਤੀਆਂ। ਅਤੇ ਉਸ ਸਮੇਂ ਮਾਕਣ ਦੀ ਪਤਲੀ ਗੀਤਾਂਜਲੀ ਅਤੇ ਇੱਕ ਵਿਜ਼ਟਰ ਬਾਲ ਕਿਸ਼ਨ ਵੀ ਇਸ ਫਾਇਰਿੰਗ ਦੇ ਵਿੱਚ ਫਸ ਗਏ। ਅਤੇ ਜਿਹੜੇ ਹਮਲਾਵਰ ਉਹਨਾਂ ਨੇ ਸੀਗੇ ਭਾਈ ਜਿੰਦਾ ਅਤੇ ਭਾਈ ਸੁੱਖਾ, ਉਹਨਾਂ ਦਾ ਹੀ ਸਕੂਟਰ ਲੈ ਕੇ ਜਿਹੜੇ ਉਹ ਫਰਾਰ ਹੋ ਗਏ। ਫਿਰ ਲਲਿਤ ਮਾਕਣ ਨੂੰ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਦੌਰਾਨ ਸਿੱਖ ਕਤਲੇਆਮ ਵਿੱਚ ਸ਼ਾਮਲ ਮੰਨਿਆ ਜਾਂਦਾ ਸੀਗਾ। ਅਤੇ ਪੀਪਲਜ਼ ਯੂਨੀਅਨ ਫਾਰ ਸਿਵਲ ਲਿਬਰਟੀਜ਼ ਦੇ ਸਿਰਲੇਖ ਹੇਠਾਂ ਇੱਕ 31 ਪੰਨਿਆਂ ਦੀ ਕਿਤਾਬ ਵਿੱਚ ਕੌਣ ਗੁਨਾਹਗਾਰ ਹਨ ਅਤੇ 227 ਲੋਕਾਂ ਦੀ ਇੱਕ ਸੂਚੀ ਦਿੱਤੀ, ਅਤੇ ਜਿਨ੍ਹਾਂ ਨੇ ਇੱਕ ਭੀੜ ਦੀ ਅਗਵਾਈ ਕੀਤੀ ਸੀਗੀ। ਅਤੇ ਉਹਨਾਂ 3 ਦਿਨਾਂ ਦੇ ਵਿੱਚ 3000 ਸਿੱਖਾਂ ਦੀ ਹੱਤਿਆ ਕੀਤੀ। ਅਤੇ ਲਲਿਤ ਮਾਕਣ ਦਾ ਨਾਮ ਇਹਨਾਂ ਵਿੱਚ ਤੀਜੇ ਨੰਬਰ 'ਤੇ ਸੀ। ਇੱਕ ਪ੍ਰੈਸ ਰਿਪੋਰਟ ਵਿੱਚ ਸੰਕੇਤ ਦਿੱਤਾ ਗਿਆ ਹੈ ਕਿ ਲਲਿਤ ਮਾਕਣ ਦਾ ਕਤਲ ਕਰਨ ਸਮੇਂ ਜਿੰਦਾ ਦੇ ਨਾਲ ਬਖਸ਼ੀਸ਼ ਸਿੰਘ ਨਾਮ ਦਾ ਵਿਅਕਤੀ ਵੀ ਸ਼ਾਮਲ ਸੀਗਾ। ਅਤੇ ਰਣਜੀਤ ਸਿੰਘ ਗਿੱਲ ਦੀ ਇੰਟਰਪੋਲ ਦੁਆਰਾ 14 ਮਈ 1987 ਨੂੰ ਅਮਰੀਕਾ ਦੇ ਨਿਊ ਜਰਸੀ ਵਿੱਚੋਂ ਗ੍ਰਿਫਤਾਰ ਕੀਤਾ ਗਿਆ ਸੀਗਾ। ਅਤੇ ਇੱਕ ਸੰਘੀ ਮੈਜਿਸਟਰੇਟ ਨੇ 16 ਫਰਵਰੀ 1988 ਨੂੰ ਉਸ ਦੇ ਜਿਹੜੇ ਹਵਾਲਗੀ ਦੀ ਮਨਜ਼ੂਰੀ ਦੇ ਦਿੱਤੀ ਸੀਗੀ। ਅਤੇ ਫਿਰ ਲੰਬੇ ਕਾਨੂੰਨੀ ਕੇਸ ਤੋਂ ਬਾਅਦ ਉਸ ਨੂੰ ਫਰਵਰੀ 2000 ਵਿੱਚ ਵਾਪਸ ਭਾਰਤ ਭੇਜ ਦਿੱਤਾ ਗਿਆ। ਅਤੇ 24 ਫਰਵਰੀ 2003 ਨੂੰ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਵੀ ਸੁਣਾ ਦਿੱਤੀ ਗਈ। ਅਤੇ ਫਿਰ ਉਹ ਦੁਬਾਰੇ 20 ਮਈ 2009 ਨੂੰ ਜਿਹੜੀ ਉਹਨਾਂ ਦੀ ਸਜ਼ਾ ਸੀਗੀ ਉਹ ਬਦਲ ਦਿੱਤੀ ਗਈ ਸੀਗੀ। ਫਿਰ ਉਸ ਤੋਂ ਬਾਅਦ ਸੰਨ 1984 ਵਿੱਚ ਜਰਨਲ ਅਰੁਣ ਵੈਦਿਆ ਦੇ
ਨੇ ਇੱਕ ਆਪਰੇਸ਼ਨ ਬਲੂ ਸਟਾਰ ਦੀ ਯੋਜਨਾ ਬਣਾਈ ਸੀਗੀ ਅਤੇ ਇਸ ਦੀ ਦੇਖ ਰੇਖ ਕੀਤੀ ਸੀਗੀ ਇੱਕ ਵਿਵਾਦਪੂਰਨ ਫੌਜੀ ਕਾਰਵਾਈ ਜੋ ਇੰਦਰਾ ਗਾਂਧੀ ਦੇ ਦੁਆਰਾ ਉਸ ਸਮੇਂ ਦੇ ਪ੍ਰਧਾਨ ਮੰਤਰੀ ਨੇ ਜੂਨ 1984 ਵਿੱਚ ਹਰਿਮੰਦਰ ਸਾਹਿਬ ਵਿਖੇ ਭਾਰੀ ਹਥਿਆਰਬੰਦ ਸਿੱਖਾਂ ਦਾ ਸਮੂਹ ਵਿਰੋਧ ਕੀਤਾ ਅਤੇ ਸਿੱਖ ਹਰਿਮੰਦਰ ਸਾਹਿਬ ਨੂੰ ਬਹੁਤ ਪਵਿੱਤਰ ਮੰਨਦੇ ਹਨ ਅਤੇ ਜਨਰਲ ਵੈਦਿਆ ਦੀ ਫੌਜ ਤੋਂ ਜਦੋਂ ਸੰਨਿਆਸ ਲੈਣ ਤੋਂ ਬਾਅਦ ਫਿਰ ਉਹ ਪੂਨਾ ਚਲੇ ਗਏ ਅਤੇ ਫਿਰ 10 ਅਗਸਤ 1986 ਨੂੰ ਜਨਰਲ ਅਰੁਣ ਵੈਦਿਆ ਨੂੰ ਜਿੰਦਾ ਅਤੇ ਸੁੱਖਾ ਨੇ ਗੋਲੀ ਮਾਰ ਦਿੱਤੀ ਅਤੇ ਜਦੋਂ ਉਹ ਆਪਣੀ ਕਾਰ ਤੋਂ ਬਾਜ਼ਾਰ ਵੱਲੋਂ ਆਪਣੇ ਘਰ ਜਾ ਰਹੇ ਸਨ ਤਾਂ ਪੁਲਿਸ ਦੇ ਅਨੁਸਾਰ ਵੈਦਿਆ ਦੀ ਮੌਤ ਸਿਰ ਅਤੇ ਗਰਦਨ ਦੇ ਜ਼ਖਮ ਨਾਲ ਤੁਰੰਤ ਹੀ ਹੋ ਗਈ ਸੀਗੀ। ਉਸ ਸਮੇਂ ਉਹਨਾਂ ਦੀ ਕਾਰ ਦੇ ਵਿੱਚ ਉਹਨਾਂ ਦੀ ਪਤਨੀ ਵੀ ਸੀਗੀ ਜੋ ਉਹਨਾਂ ਦੇ ਨਾਲ ਸੀਗੀ ਅਤੇ ਉਹਨਾਂ ਦੀ ਪਤਨੀ ਦੇ ਵੈਦਿਆ ਦੀ ਪਤਨੀ ਦੇ ਜਿਹੜੇ ਪੱਟ ਦੇ ਵਿੱਚ 4 ਗੋਲੀਆਂ ਲੱਗੀਆਂ ਸੀਗੀਆਂ ਅਤੇ ਇਹ ਸੂਤਰਾਂ ਦੇ ਜਿਹੜੇ ਅਨੁਸਾਰ ਜਿਹੜਾ ਇਹ ਜਨਰਲ ਵੈਦਿਆ ਸੀਗਾ ਇਹ ਉਸ ਸੂਚੀ ਦੇ ਵਿੱਚ 4ਥੇ ਨੰਬਰ 'ਤੇ ਆਉਂਦਾ ਸੀਗਾ ਅਤੇ ਉਹ ਫਿਰ ਆਪਰੇਸ਼ਨ ਬਲੂ ਸਟਾਰ ਦੀ ਜਵਾਬੀ ਕਾਰਵਾਈ ਦੇ ਵਿੱਚ ਹੀ ਇਹ ਮਾਰੇ ਗਏ ਸੀਗੇ ਅਤੇ ਇਸ ਹੱਤਿਆ ਤੋਂ ਬਾਅਦ ਫਿਰ ਖਾਲਿਸਤਾਨ ਕਮਾਂਡੋ ਫੋਰਸ ਨੇ ਇੱਕ ਬਿਆਨ ਜਾਰੀ ਕੀਤਾ ਅਤੇ ਐਲਾਨ ਕੀਤਾ ਕਿ ਵੈਦਿਆ ਨੂੰ ਆਪਰੇਸ਼ਨ ਬਲੂ ਸਟਾਰ ਦੇ ਬਦਲੇ ਵਿੱਚ ਮਾਰਿਆ ਗਿਆ ਹੈ ਅਤੇ ਫਿਰ ਉਸ ਤੋਂ ਬਾਅਦ ਕਾਂਗਰਸ ਦੇ ਨੇਤਾ ਅਰਜੁਨ ਦਾਸ ਨੂੰ ਸਤੰਬਰ 1985 ਨੂੰ ਜਿੰਦਾ ਅਤੇ ਸੁੱਖਾ ਨੇ ਇੱਕ ਹੋਰ ਸਿੱਖ ਦੇ ਨਾਲ ਜਿਹੜੇ ਮਿਲ ਕੇ ਉਹਨਾਂ ਨੂੰ ਵੀ ਸੋਧ ਦਿੱਤਾ ਸੀਗਾ ਅਤੇ ਫਿਰ ਉਸ ਤੋਂ ਬਾਅਦ ਫਿਰ 13 ਫਰਵਰੀ 1987 ਨੂੰ ਜਿੰਦਾ ਨੇ ਖਾਲਿਸਤਾਨ ਕਮਾਂਡੋ ਫੋਰਸ ਦੇ ਚੀਫ ਜਨਰਲ ਲਾਭ ਸਿੰਘ ਸਣੇ ਅਤੇ ਹੋਰ ਮੈਂਬਰਾਂ ਸਮੇਤ ਭਾਰਤੀ ਇਤਿਹਾਸ ਦੀ ਸਭ ਤੋਂ ਵੱਡੀ ਬੈਂਕ ਲੁੱਟ ਵਿੱਚ ਹਿੱਸਾ ਲਿਆ ਅਤੇ ਪੰਜਾਬ ਨੈਸ਼ਨਲ ਬੈਂਕ ਮਿਲਕ ਗੇਜ ਤੋਂ $55 ਲੱਖ ਲੁੱਟ ਲਏ ਅਤੇ ਫਿਰ ਬ੍ਰਾਂਚ ਲੁਧਿਆਣਾ ਇਸ ਲੁੱਟੇ ਗਏ ਪੈਸੇ ਦਾ ਇੱਕ ਹਿੱਸਾ ਭਾਰਤ ਦੀ ਕੇਂਦਰੀ ਬੈਂਕ ਰਾਜੀਵ ਬੈਂਕ ਆਫ ਇੰਡੀਆ ਦਾ ਹੈ ਪ੍ਰਤੀ ਸ਼ਿਕਾਗੋ ਅਤੇ ਸਨ ਟਾਈਮਜ਼ 12 ਤੋਂ 15 ਅਤੇ 12 ਤੋਂ 15 ਸੀਗੇ ਅਤੇ ਜਦੋਂ ਇਹ ਭਾਈ ਸਾਹਿਬ ਉੱਥੇ ਗਏ ਤਾਂ ਲੁੱਟਣ ਲਈ ਉਹਨੂੰ ਗਏ ਤਾਂ ਉਸ ਸਮੇਂ ਉਹਨਾਂ ਨੇ ਪੁਲਿਸ ਜਿਹੜਾ ਪਹਿਰਾਵਾ ਸੀਗਾ ਉਹਨਾਂ ਦਾ ਪੁਲਿਸ ਪਹਿਰਾਵਾ ਸੀਗਾ ਅਤੇ ਉਹ ਇੱਕ ਬੰਦੂਕਾਂ ਅਤੇ ਰਾਈਫਲਾਂ ਦੇ ਨਾਲ ਫੁੱਲ ਲੈਸ ਸੀਗੇ ਅਤੇ ਭਾਰਤੀ ਇਤਿਹਾਸ ਦੀ ਸਭ ਤੋਂ ਵੱਡੀ ਬੈਂਕ ਲੁੱਟ ਵਿੱਚ ਤਕਰੀਬਨ $4 ਮਿਲੀਅਨ ਲੈ ਕੇ ਫਿਰ ਫਰਾਰ ਹੋ ਗਏ। ਭਾਰਤੀ ਪੁਲਿਸ ਅਧਿਕਾਰੀਆਂ ਨੇ ਇਸ ਨੂੰ ਇੱਕ ਸਾਫ਼ ਸੁਥਰਾ ਅਭਿਆਨ ਦੱਸਿਆ ਸੀਗਾ ਜਿਸ ਵਿੱਚ ਕਿ ਕੋਈ ਵੀ ਜ਼ਖਮ ਨਹੀਂ ਹੋਇਆ ਸੀਗਾ ਜਿਸ ਨੂੰ ਫਿਰ ਲਿਮਕਾ ਬੈਂਕ ਆਫ ਰਿਕਾਰਡ ਵਿੱਚ ਉਤਸ਼ਕਤ ਅਤੇ ਕ੍ਰਿਸ਼ਮੇ ਦੇ ਅਧੀਨ ਵੱਡੇ ਬੈਂਕ ਡਾਕੇ ਵਜੋਂ ਦਸਤਾਵੇਜ਼ ਬਣਾਏ ਗਏ ਅਤੇ ਇਸ ਪ੍ਰੋਗਰਾਮ ਵਿੱਚ ਜਿੰਦਾ ਦੇ ਨਾਲ ਹਿੱਸਾ ਲੈਣ ਵਾਲੇ ਖਾਲਿਸਤਾਨ ਕਮਾਂਡੋ ਫੋਰਸ ਦੇ ਇੱਕ ਹੋਰ ਮੈਂਬਰ ਮਥੁਰ ਬਾਵਾ, ਗੁਰਨਾਮ ਸਿੰਘ, ਸੁਖਦੇਵ ਸਿੰਘ ਸੁੱਖਾ, ਦਲਜੀਤ ਸਿੰਘ ਬਿੱਟੂ, ਗੁਰਸ਼ਰਨ ਸਿੰਘ ਗਾਮਾ ਅਤੇ ਪ੍ਰਿਤਪਾਲ ਸਿੰਘ ਜਿਹੜੇ ਸੀਗੇ ਇਹ ਨਾਲ ਸੀਗੇ। ਫਿਰ ਕਮਾਂਡੋ ਫੋਰਸ ਜਿਹੜਾ ਇਹ ਪੈਸਾ ਸੀਗਾ ਉਹ ਜਿਹੜੀ ਖਾਲਿਸਤਾਨ ਕਮਾਂਡੋ ਫੋਰਸ ਨੂੰ ਵਧੀਆ ਹਥਿਆਰ ਖਰੀਦਣ ਦੇ ਯੋਗ ਬਣਾਇਆ। ਫਿਰ AK-47 ਰਾਈਫਲਾਂ ਦੇ ਵਾਂਗ ਇਸ ਬੈਂਕ ਨੇ ਲੁੱਟ ਦਾ ਜਿਹੜਾ ਪੈਸਾ ਸੀਗਾ ਉਹ ਆਪਦਾ ਵਧੀਆ ਹਥਿਆਰ ਲੈਣ ਦੇ ਵਿੱਚ ਉਹਨਾਂ ਨੇ ਖਰਚ ਕੀਤਾ ਅਤੇ ਫਿਰ ਇਹਨਾਂ ਦੀ 17 ਸਤੰਬਰ 1986 ਨੂੰ ਸੁੱਖੇ ਨੂੰ ਪੂਨੇ ਦੇ ਵਿੱਚ ਇੱਕ ਟਰੱਕ ਹਾਦਸੇ ਵਿੱਚ ਫਸ ਗਏ ਤਾਂ ਉੱਥੇ ਉਹਨਾਂ ਨੂੰ ਫਿਰ ਗ੍ਰਿਫਤਾਰ ਕਰ ਲਿਆ ਅਤੇ ਉਹਨਾਂ ਕੋਲ ਉਹੀ ਕਾਲੀ ਮੋਟਰਸਾਈਕਲ ਦੇ ਉੱਪਰ ਉਹ ਸਵਾਰ ਸੀਗੇ ਜਿਹੜੀ ਜਨਰਲ ਵੈਦਿਆ ਦੀ ਹੱਤਿਆ ਵੇਲੇ ਵਰਤੀ ਗਈ ਸੀ। ਅਤੇ ਜਿੰਦਾ ਨੂੰ ਮਾਰਚ 1987 ਵਿੱਚ ਦਿੱਲੀ ਦੇ ਗੁਰਦੁਆਰੇ ਮਜਨੂ ਦਾ ਟਿੱਲਾ ਤੋਂ ਗ੍ਰਿਫਤਾਰ ਕੀਤਾ ਸੀਗਾ। ਜਦੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਤਾਂ ਉਸ ਸਮੇਂ ਉਹਨਾਂ ਦੀਆਂ ਲੱਤਾਂ ਦੇ ਵਿੱਚ ਗੋਲੀਆਂ ਵੱਜੀਆਂ ਹੋਈਆਂ ਸਨ ਅਤੇ ਆਪਣੀ ਅਦਾਲਤ ਨੂੰ ਫਿਰ ਜਦੋਂ ਇਹਨਾਂ ਦੀ ਅਦਾਲਤ ਦੇ ਵਿੱਚ ਸੁਣਵਾਈ ਹੋਈ ਤਾਂ ਉਹਨਾਂ ਨੇ ਕਿਹਾ ਕਿ ਕਤਲ ਦੀ ਗੱਲ ਮੰਨਣ ਦੇ ਬਾਵਜੂਦ ਵੀ ਉਹਨਾਂ ਨੇ ਦੋਸ਼ੀ ਨਹੀਂ ਮੰਨਿਆ ਅਤੇ ਇਹ ਗੱਲ ਕਹੀ ਕਿ
ਉਹਨਾਂ ਨੇ ਕੌਮ ਦੇ ਲਈ ਜੋ ਵੈਦਿਆਂ ਨੂੰ ਗੰਭੀਰ ਜੁਰਮ ਲਈ ਦੋਸ਼ੀ ਨੇ ਜਿਹੜੀ ਗੰਭੀਰ ਜੁਰਮ ਲਈ ਜਿਹੜੀ ਦੋਸ਼ੀ ਨੂੰ ਜਿਹੜੀ ਸਜ਼ਾ ਦਿੱਤੀ ਹੈ, ਉਸੇ ਹੀ ਸਜ਼ਾ ਦਾ ਉਹ ਹੱਕਦਾਰ ਸੀਗਾ। ਫਿਰ 21 ਅਕਤੂਬਰ 1999 ਨੂੰ ਦੁਪਹਿਰੇ 2 ਵਜੇ, ਉਸ ਤੋਂ ਬਾਅਦ ਫਿਰ 21 ਅਕਤੂਬਰ 1999 ਨੂੰ ਦੁਪਹਿਰੇ 2:05 'ਤੇ ਉਹਨਾਂ ਨੂੰ ਜਿਹੜੀ ਮੌਤ ਦੀ ਸਜ਼ਾ ਸੁਣਾ ਦਿੱਤੀ। ਅਤੇ ਸੁੱਖਾ ਅਤੇ ਜਿੰਦਾ ਨੇ ਭਾਰਤ ਦੇ ਰਾਸ਼ਟਰਪਤੀ ਨੂੰ ਆਪਣੀ ਫਾਂਸੀ ਤੋਂ ਜਿਹੜੀ ਪਹਿਲਾਂ ਇੱਕ ਪੱਤਰ ਲਿਖਿਆ, ਜਿਸ ਵਿੱਚ ਉਹਨਾਂ ਨੇ ਲਿਖਿਆ ਕਿ ਸਾਡੀ ਜਿਹੜੀ ਸਜ਼ਾ ਉਹਦੇ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਦਇਆ ਨਾ ਵਿਖਾਈ ਜਾਵੇ। ਅਤੇ ਫਿਰ ਇੱਕ ਸੁਤੰਤਰ ਵਰਲਡ ਦੀ ਰਿਪੋਰਟ ਦੇ ਅਨੁਸਾਰ ਉਹਨਾਂ ਦੀ ਫਾਂਸੀ ਜਿਹੜੀ ਸੀਗੀ ਉਦੋਂ ਵਿਦਿਆਰਥੀਆਂ ਅਤੇ ਦੁਕਾਨਦਾਰਾਂ ਦੁਆਰਾ ਜਿਹੜੇ ਸਿੱਖ ਪ੍ਰਭਾਵਸ਼ਾਲੀ ਰਾਜ ਪੰਜਾਬ ਵਿੱਚ ਵਿਰੋਧ ਜਿਹੜਾ ਪ੍ਰਦਰਸ਼ਨ ਸ਼ੁਰੂ ਹੋ ਗਿਆ। ਅਤੇ ਜਿੱਦਾਂ ਦੱਖਣੀ ਸ਼ਹਿਰ ਸੀਗੇ ਪੂਨਾ, ਨਵੀਂ ਦਿੱਲੀ, ਇਹਨਾਂ ਸ਼ਹਿਰਾਂ ਦੇ ਵਿੱਚ ਜਿਹੜੇ ਸੁਰੱਖਿਆ ਬਲ ਸੀਗੇ ਉਹਨਾਂ ਨੂੰ ਅਲਰਟ ਕਰ ਦਿੱਤਾ ਗਿਆ। ਅਤੇ ਪੰਜਾਬ ਦੇ ਵਿੱਚ ਵੀ ਉਹਨਾਂ ਨੂੰ ਅਲਰਟ ਜਿਹੜਾ ਉਹ ਕਰ ਦਿੱਤਾ ਗਿਆ। ਅਤੇ ਇਸੇ ਤਰ੍ਹਾਂ ਫਿਰ 9 ਅਕਤੂਬਰ 1992 ਨੂੰ ਇਹਨਾਂ ਨੂੰ ਜਿਹੜੀ ਉਹ ਫਾਂਸੀ ਦਿੱਤੀ ਗਈ। ਅਤੇ ਇਹ ਸੀਗੇ ਜੀ ਜਿੰਦਾ ਅਤੇ ਸੁੱਖਾ, ਜਿਨ੍ਹਾਂ ਨੇ ਆਪਣੇ ਸਿੱਖ ਇਤਿਹਾਸ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ, ਜਿਨ੍ਹਾਂ ਨੇ ਕਿ ਆਪਰੇਸ਼ਨ ਬਲੂ ਸਟਾਰ ਦਾ ਜਿਹੜਾ ਉਹ ਬਦਲਾ ਲਿਆ ਸੀਗਾ। ਅਤੇ ਦੋਸਤੋ, ਜਿੱਦਾਂ ਕਿ ਮੈਂ ਤੁਹਾਨੂੰ ਹਰ ਵਾਰੀ ਦੱਸਦਾ ਕਿ ਜਿਹੜਾ ਆਪਣਾ YouTube ਚੈਨਲ ਆ ਗਿੱਲ PB05 ਹਿਸਟਰੀ, ਇਹਨੂੰ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਕਰੋ, ਸ਼ੇਅਰ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ, ਤਾਂ ਜੋ ਵੀ ਆਉਣ ਵਾਲੀਆਂ ਜਿਹੜੀਆਂ ਵੀਡੀਓ ਆ ਉਹ ਤੁਹਾਨੂੰ ਸਭ ਤੋਂ ਪਹਿਲਾਂ ਮਿਲਣ। ਠੀਕ ਹੈ ਜੀ। ਅਤੇ ਮੈਂ ਹਮੇਸ਼ਾ ਹੀ ਇੱਦਾਂ ਦੀ ਹੀ ਜਿਹੜੀ ਜਨਰਲ ਨੌਲੇਜ ਵਾਲੀ ਵੀਡੀਓ ਆ ਉਹ ਅਪਲੋਡ ਕਰਦਾ ਰਹਿੰਦਾ ਵਾਂ। ਅਤੇ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।